हाँ जी, गुड ਈਵਨਿੰਗ जी। तो स्वागत है ਤੁਹਾਡਾ ਸਾਰਿਆਂ ਦਾ ਮਲੂਕਾ IAS ਕਰੰਟ ਅਫੇਅਰਸ ਦੀ ਕਲਾਸ ਦੇ ਵਿੱਚ। ਤੇ ਅੱਜ ਸਾਡਾ ਇਹ ਕਰੰਟ ਅਫੇਅਰਸ ਦਾ 28ਵਾਂ ਲੈਕਚਰ ਹੈ ਜੀ। ਤੇ ਸਾਡਾ ਜੋ ਫਸਟ ਟੌਪਿਕ ਹੈ ਡਿਸਕਸ਼ਨ ਦਾ ਦੈਟ ਇਜ਼ ਪੈਟਰੀਓਟ ਮਿਜ਼ਾਈਲ ਡਿਫੈਂਸ ਸਿਸਟਮ। ਐਂਡ ਇਹਦੇ ਲਈ ਜੋ ਤੁਹਾਡੇ ਲਈ ਕੁਐਸਚਨ ਹੈ ਇਸ ਟੌਪਿਕ ਦੇ ਵਿੱਚੋਂ ਹੈ ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ ਅਬਾਊਟ ਯੂਕਰੇਨ। First statement is Ukraine is a landlocked country in Eastern Europe. Second, Belarus, Russia, Romania, Moldova and Poland are some of its neighboring countries. Third, Ukraine is a member nation of North Atlantic Treaty Organization. ठीक है जी, ਤੁਸੀਂ ਦੱਸਣਾ ਇਹਨਾਂ ਜੋ ਕਿਹੜੀ ਸਟੇਟਮੈਂਟ ਠੀਕ ਹੈ ਔਰ all the three are correct। ਠੀਕ ਹੈ, ਤੇ ਫਿਰ ਆਪਾਂ ਸਾਡੇ ਟੌਪਿਕ ਦੀ ਗੱਲ ਕਰਦੇ ਹਾਂ। ਬਾਏ ਦ ਪੈਟਰੀਓਟ ਮਿਜ਼ਾਈਲ ਡਿਫੈਂਸ ਸਿਸਟਮ is been in news. Recently ਅਮਰੀਕਾ ਨੇ ਅਨਾਉਂਸ ਕੀਤਾ ਕਿ ਉਹ ਯੂਕਰੇਨ ਨੂੰ ਆਪਣਾ ਜੋ ਪੈਟਰੀਓਟ ਮਿਜ਼ਾਈਲ ਡਿਫੈਂਸ ਸਿਸਟਮ ਆ ਉਹ ਪ੍ਰੋਵਾਈਡ ਕਰਨਗੇ ਅਗੇਂਸਟ देयर ਵਾਰ, ਅਗੇਂਸਟ देयर ਫਾਈਟ ਇਨ ਫॉर देयर ਫਾਈਟ ਅਗੇਂਸਟ ਰਸ਼ੀਆ। ਜੋ ਉਹਨਾਂ ਦੀ ਆਨਗੋਇੰਗ ਵਾਰ ਚੱਲ ਰਹੀ ਹੈ ਉਹਦੇ 'ਚ ਯੂਕਰੇਨ ਨੂੰ ਸਪੋਰਟ ਕਰਨ ਦੇ ਲਈ ਅਮਰੀਕਾ ਆਪਣਾ ਪੈਟਰੀਓਟ ਮਿਜ਼ਾਈਲ ਡਿਫੈਂਸ ਸਿਸਟਮ ਯੂਕਰੇਨ ਨੂੰ ਪ੍ਰੋਵਾਈਡ ਕਰ ਰਿਹਾ ਹੈ। ਤੇ ਫਿਰ ਆਪਾਂ ਗੱਲ ਕਰ ਲਈਏ ਮਿਜ਼ਾਈਲ ਡਿਫੈਂਸ ਸਿਸਟਮ ਹੁੰਦਾ ਕੀ ਹੈ। Missile defense system is a system that acts as a shield against incoming missile attacks. मतलब रशिया यूक्रेन ਦੇ ਵਿੱਚ ਵਾਰ ਚੱਲ ਰਹੀ ਹੈ, ਰਸ਼ੀਆ ਯੂਕਰੇਨ ਦੇ ਉੱਪਰ ਮਿਜ਼ਾਈਲਸ ਸੁੱਟ ਰਿਹਾ। ਠੀਕ ਹੈ ਜੀ, ਤੇ ਉਹਨਾਂ ਮਿਜ਼ਾਈਲਸ ਨੂੰ ਰੋਕਣ ਦੇ ਲਈ ਇੱਕ ਸ਼ੀਲਡ, ਇੱਕ ਢਾਲ ਦੀ ਤਰ੍ਹਾਂ ਕੰਮ ਕਰਦਾ ਮਿਜ਼ਾਈਲ ਡਿਫੈਂਸ ਸਿਸਟਮ। ਉਹਨਾਂ ਮਿਜ਼ਾਈਲਸ ਨੂੰ ਇੰਟਰਸੈਪਟ ਕਰਦਾ ਤੇ ਉਹਨਾਂ ਨੂੰ ਅਟੈਕ ਕਰਨ ਤੋਂ ਰੋਕਦਾ, ਜਾਂ ਉਹਨਾਂ ਨੂੰ ਕਹਿ ਲਓ ਵੀ ਗਰਾਊਂਡ ਤੇ ਟੱਚ ਕਰਨ ਤੋਂ ਪਹਿਲਾਂ ਹੀ ਡਿਸਟਰੋਏ ਕਰ ਦਿੰਦਾ, ਜੋ ਮਿਜ਼ਾਈਲ ਡਿਫੈਂਸ ਸਿਸਟਮ ਹੁੰਦਾ। ਤੇ ਹੁਣ ਆਪਾਂ ਗੱਲ ਕਰ ਲਈਏ ਪੈਟਰੀਓਟ ਸਿਸਟਮ ਦੀ ਕਿ ਇਹਦੀ ਕੀ ਖਾਸੀਅਤ ਆ ਜਾਂ ਇਹਦੇ ਬਾਰੇ ਸਾਨੂੰ ਕੀ ਲੋੜ ਆ ਸਮਝਣ ਦੀ। ਇਟ ਇਜ਼ ਦ ਸਰਫੇਸ ਟੂ 에ਅਰ ਗਾਈਡਡ ਮਿਜ਼ਾਈਲ ਸਿਸਟਮ ਟੂ ਟਾਰਗੇਟ 에ਅਰਕ੍ਰਾਫਟਸ, ਕਰੂਜ਼ ਮਿਜ਼ਾਈਲਸ, ਸ਼ਾਰਟ ਰੇਂਜ ਬੈਲਿਸਟਿਕ ਮਿਜ਼ਾਈਲਸ, ਡਰੋਨਸ ਐਂਡ ਅਦਰ ਥ੍ਰੈਟਸ। ਇਹ ਸਾਰੇ ਜਿਹੜੇ ਥ੍ਰੈਟ ਇਹਦੇ ਮੈਂਸ਼ਨ ਕੀਤੇ ਨੇ, ਇਹਨਾਂ ਥ੍ਰੈਟਸ ਨੂੰ ਰੋਕਣ ਦੇ ਲਈ ਇਹ ਕੰਮ ਕਰਦਾ। ਜੋ ਸਰਫੇਸ ਟੂ 에ਅਰ ਮਿਜ਼ਾਈਲਸ, ਇਹਦੇ 'ਚ ਵੀ ਮਿਜ਼ਾਈਲਸ ਹੀ ਹੁੰਦੀਆਂ ਨੇ। ਇਹਦੇ 'ਚ ਬੇਸਿਕਲੀ ਮਿਜ਼ਾਈਲਸ ਲਾਂਚ ਕੀਤੀਆਂ ਜਾਂਦੀਆਂ ਜੋ ਇਨਕਮਿੰਗ ਮਿਜ਼ਾਈਲਸ ਨੂੰ ਡਿਸਟਰੋਏ ਕਰ ਦਿੰਦੀਆਂ ਨੇ। ਠੀਕ ਹੈ, ਤੇ ਫਿਰ ਜਦੋਂ ਆਪਾਂ ਪੈਟਰੀਓਟ ਸਿਸਟਮ ਦੀ ਗੱਲ ਕਰਦੇ ਹਾਂ, ਜਿਵੇਂ ਆਹ ਦੇਖੋ ਟਰੱਕ ਮਾਊਂਟਡ ਸਿਸਟਮ ਹੁੰਦਾ ਜੀ। ਇਹ ਟਰੱਕਸ ਦੇ ਉੱਪਰ ਇਹਨਾਂ ਨੂੰ ਲਾਂਚ ਕਰਨ ਵਾਲਾ ਜੋ ਲਾਂਚਰਸ ਨੇ ਉਹ ਟਰੱਕਸ ਦੇ ਉੱਪਰ ਮਾਊਂਟ ਕੀਤੇ ਜਾਂਦੇ ਨੇ, ਜਿਨ੍ਹਾਂ ਨੂੰ ਅਸੀਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਈਜ਼ੀਲੀ ਲਿਜਾ ਸਕਦੇ ਹਾਂ। ਠੀਕ ਹੈ, ਜਿਵੇਂ ਆਹ ਦੇਖੋ ਹੁਣ ਟਰੱਕ ਦੇ ਉੱਪਰ ਆਏ ਤਾਂ ਮਿਜ਼ਾਈਲ ਲਾਂਚਰ ਆ, ਮਿਜ਼ਾਈਲ ਲਾਂਚ ਕੀਤੀ, ਇੱਧਰੋਂ ਕੋਈ ਇਨਕਮਿੰਗ ਮਿਜ਼ਾਈਲ ਆ ਰਹੀ ਆ ਤਾਂ ਉਹਨੂੰ ਇਹ ਡਿਸਟਰੋਏ ਕਰ ਦੂ। ਠੀਕ ਹੈ, ਇਹ ਹੋ ਗਿਆ US ਦਾ ਪੈਟਰੀਓਟ। ਤੇ ਇਸੇ ਤਰ੍ਹਾਂ ਰਸ਼ੀਆ ਕੋਲ ਇੱਕ ਮਿਜ਼ਾਈਲ ਡਿਫੈਂਸ ਸਿਸਟਮ ਆ ਜਿਹਨੂੰ ਅਸੀਂ ਕਹਿੰਦੇ ਹਾਂ S-400 ਟ੍ਰੀਅੰਫ, ਔਰ S-400 ਸਿੰਪਲੀ S-400 ਕਹਿ ਦਿੰਦੇ ਆ। ਉਹ ਰਸ਼ੀਆ ਦਾ ਮਿਜ਼ਾਈਲ ਡਿਫੈਂਸ ਸਿਸਟਮ ਆ। ਤੇ ਜੋ ਰਸ਼ੀਆ ਦਾ ਮਿਜ਼ਾਈਲ ਡਿਫੈਂਸ ਸਿਸਟਮ ਆ ਉਹ ਜਾਂ S-400 ਸਿਸਟਮ ਆ ਉਹ ਪੈਟਰੀਓਟ ਸਿਸਟਮ ਨਾਲੋਂ ਜ਼ਿਆਦਾ ਉਹਦੀ ਕੈਪੇਬਿਲਿਟੀ ਇਹਦੇ ਨਾਲੋਂ ਜ਼ਿਆਦਾ ਐਫੀਸ਼ੀਐਂਟ ਆ, ਜ਼ਿਆਦਾ ਕੈਪੇਬਲ ਆ। ਕਿਉਂ? ਕਿਉਂਕਿ ਰੌਕਟ ਸਪੀਡ ਵੀ ਜ਼ਿਆਦਾ ਗਈ, ਉਹਦੇ 'ਚ ਮੈਕਸੀਮਮ ਟਾਰਗੇਟ ਸਪੀਡ ਆ ਜੋ ਉਹ ਵੀ ਜ਼ਿਆਦਾ ਗਈ, ਤੇ ਆਲਟੀਟਿਊਡ ਰੇਂਜ ਵੀ ਐਜ਼ ਕੰਪੇਅਰ ਟੂ ਪੈਟਰੀਓਟ ਸਿਸਟਮ ਰਸ਼ੀਆ ਦੇ S-400 ਸਿਸਟਮ ਦੀ ਜ਼ਿਆਦਾ ਗਈ। ਤੇ ਇੰਡੀਆ S-400 ਸਿਸਟਮ ਵੀ ਰਸ਼ੀਆ ਤੋਂ ਬਾਏ ਕਰ ਰਿਹਾ। ਠੀਕ ਹੈ, ਸੋ ਸਾਡੇ ਲਈ ਇੰਪੋਰਟੈਂਟ ਹੋ ਜਾਂਦਾ। ਧਿਆਨ ਰੱਖਿਓ ਕਿ S-400 ਸਿਸਟਮ ਆ ਜਿਹੜਾ ਇਹ ਬੈਟਰ ਆ ਦੈਨ US ਪੈਟਰੀਓਟ ਸਿਸਟਮ। ਫਿਰ ਆਪਾਂ ਪੈਟਰੀਓਟ ਸਿਸਟਮ ਦੀ ਗੱਲ ਕੀਤੀ, ਇਹਦੀ ਰੇਂਜ ਹੈਗੀ ਆ 150 ਕਿਲੋਮੀਟਰ ਐਂਡ ਇਟ ਕੈਨ ਟਰੈਕ ਓਵਰ 50 ਪੋਟੈਂਸ਼ੀਅਲ ਟਾਰਗੇਟਸ ਐਟ ਸੇਮ ਟਾਈਮ। ਇੱਕੋ ਸਮੇਂ ਇਕੱਠੇ 50 ਇਨਕਮਿੰਗ ਟਾਰਗੇਟਸ ਨੂੰ ਅਟੈਕ ਕਰ ਸਕਦਾ, ਉਹਨਾਂ ਨੂੰ ਟੈਕਲ ਕਰ ਸਕਦਾ। ਠੀਕ ਹੈ ਜੀ, ਦੈਨ ਕਰੰਟਲੀ ਕਿੱਥੇ ਕਿੱਥੇ ਡਿਪਲੋਇਡ ਆ ਜਿਹੜਾ, ਜਦੋਂ ਆਪਾਂ US ਦੇ ਪੈਟਰੀਓਟ ਸਿਸਟਮ ਦੀ ਗੱਲ ਕਰਦੇ ਹਾਂ ਤਾਂ ਹੋਰ ਕਿਹੜੀਆਂ ਕਿਹੜੀਆਂ ਕੰਟਰੀਜ਼ ਦੇ ਵਿੱਚ ਇਹ ਡਿਪਲੋਇਡ ਆ। ਇਹ ਆਲ ਓਵਰ ਦਾ ਵਰਲਡ ਅਰਾਊਂਡ 18 ਕੰਟਰੀਜ਼ ਨੂੰ ਕਰੰਟਲੀ ਯੂਜ਼ ਕਰ ਰਹੀਆਂ ਨੇ, ਜਿਨ੍ਹਾਂ ਦੇ ਵਿੱਚ US, ਸਾਊਦੀ ਅਰੇਬੀਆ, UAE, ਇਜ਼ਰਾਈਲ, ਇਹ ਸਾਰੇ ਕੰਟਰੀਜ਼ ਨੇ। ਇਹਨਾਂ ਤੋਂ ਬਿਨਾਂ ਹੋਰ ਵੀ ਕੁਝ ਕੰਟਰੀਜ਼ ਨੇ ਜਿੱਦਾਂ ਉਹਦੇ ਵਿੱਚ ਨਾਟੋ, ਨਾਰਥ ਅਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਦੇ ਮੈਂਬਰ ਕੰਟਰੀਜ਼ ਵੀ ਹੋਣਗੇ। ਦੈਨ ਜਿਹੜੇ ਅਦਰ ਡਿਫੈਂਸ ਸਿਸਟਮਸ ਨੇ ਵਰਲਡ ਦੇ ਵਿੱਚ, ਉਹਨਾਂ ਦੀ ਜੇ ਆਪਾਂ ਗੱਲ ਕਰੀਏ ਜੋ ਸਾਡੇ ਲਈ ਇੰਪੋਰਟੈਂਟ ਨੇ, ਇਹ ਮੈਚ ਦਾ ਫੋਲੋਇੰਗ ਦੇ ਵਿੱਚ ਵੀ ਪੁੱਛੇ ਜਾ ਸਕਦੇ ਨੇ ਕਿ ਕਿਹੜਾ ਸਿਸਟਮ ਕਿਹੜੀ ਕੰਟਰੀ ਦਾ। ਠੀਕ ਹੈ ਜੀ, ਇਹਨਾਂ 'ਚ ਪਹਿਲਾਂ ਆ ਗਿਆ S-400 ਟ੍ਰੀਅੰਫ ਆਫ ਰਸ਼ੀਆ। ਦੈਨ ਥਰਡ, ਇਹ 2017 ਦੇ ਵਿੱਚ UPSC ਨੇ ਪ੍ਰੀ ਦੇ ਵਿੱਚ ਕੁਐਸਚਨ ਪੁੱਛਿਆ ਸੀ ਕਿ ਥਰਡ ਵਾਜ਼ ਰੀਸੈਂਟਲੀ ਇਨ ਨਿਊਜ਼। ਇਹ ਕੀ ਹੈ? ਥਰਡ ਅਮਰੀਕਾ ਦਾ ਇੱਕ ਮਿਜ਼ਾਈਲ ਡਿਫੈਂਸ ਸਿਸਟਮ ਹੈ। ਇਹਦੀ ਫੁੱਲ ਫਾਰਮ ਹੈ ਟਰਮੀਨਲ ਹਾਈ ਆਲਟੀਟਿਊਡ ਏਰੀਆ ਡਿਫੈਂਸ ਆਫ ਅਮਰੀਕਾ।
ਜੋ ਉਸ ਟਾਈਮ ਤੇ ਇਹਨਾਂ ਨੇ ਸਾਊਥ ਕੋਰੀਆ ਨੂੰ ਨਾਰਥ ਕੋਰੀਆ ਦੇ ਅਗੇਂਸਟ ਦਿੱਤਾ ਸੀ, ਠੀਕ ਹੈ ਜੀ। ਦੈਨ ਐਂਟੀ ਬਲਿਸਟਿਕ ਮਿਜ਼ਾਈਲ ਡਿਫੈਂਸ ਸਿਸਟਮ ਆਫ ਇੰਡੀਆ, ਇੰਡੀਆ ਕੋਲੇ ਵੀ ਮਿਜ਼ਾਈਲ ਡਿਫੈਂਸ ਸਿਸਟਮ ਆਪਣਾ ਹੈ ਜਿਹਨੂੰ ਅਸੀਂ ਕਹਿੰਦੇ ਐਂਟੀ ਬੈਲਿਸਟਿਕ ਮਿਜ਼ਾਈਲ ਡਿਫੈਂਸ ਸਿਸਟਮ। ਇਟ ਇਜ਼ ਅ 2 ਲੇਅਰਡ ਮਿਜ਼ਾਈਲ ਡਿਫੈਂਸ ਸਿਸਟਮ ਜਿਹਨੂੰ DRDO ਨੇ ਡਿਵੈਲਪ ਕੀਤਾ, ਵੈਰੀ ਇੰਪੋਰਟੈਂਟ, ਠੀਕ ਹੈ ਜੀ। ਇਹ ਜੋ ਸਿਸਟਮ ਹੈ ਇੰਡੀਆ ਦਾ ਮਿਜ਼ਾਈਲ ਡਿਫੈਂਸ ਸਿਸਟਮ, ਇਟ ਹੈਜ਼ ਬੀਨ ਡਿਵੈਲਪਡ ਬਾਈ DRDO ਐਂਡ 2 ਲੇਅਰਡ ਸਿਸਟਮ ਹੈ ਇਹ। ਫਸਟ ਲੇਅਰ ਕਿਹੜੀ ਹੋਗੀ ਜੀ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਪ੍ਰਿਥਵੀ ਔਰ ਪ੍ਰਦਿਉਮਨ 에ਅਰ ਡਿਫੈਂਸ ਮਿਜ਼ਾਈਲ ਫॉर ਹਾਈ ਅਲਟੀਟਿਊਡਸ। ਜਦੋਂ ਅਸੀਂ ਹਾਈ ਅਲਟੀਟਿਊਡ ਤੇ ਇਨਕਮਿੰਗ ਮਿਜ਼ਾਈਲਸ ਨੂੰ ਜਾਂ ਇਨਕਮਿੰਗ ਥ੍ਰੈਟਸ ਨੂੰ ਉਹਨਾਂ ਦੇ ਅਗੇਂਸਟ ਐਕਟ ਕਰਨਾ ਜਾਂ ਉਹਨਾਂ ਦੇ ਅਗੇਂਸਟ ਕੋਈ ਮਿਜ਼ਾਈਲਸ ਅਸੀਂ ਲਾਂਚ ਕਰਨੀਆਂ ਨੇ ਤਾਂ ਉਹਦੇ ਲਈ ਜਿਹੜਾ ਸਿਸਟਮ ਆ ਉਹਨੂੰ ਕਹਿੰਦੇ ਆ PAD ਔਰ ਪ੍ਰਦਿਉਮਨ 에ਅਰ ਡਿਫੈਂਸ ਮਿਜ਼ਾਈਲ ਔਰ ਪ੍ਰਿਥਵੀ 에ਅਰ ਡਿਫੈਂਸ ਮਿਜ਼ਾਈਲ। ਦੈਨ ਆਪਾਂ ਗੱਲ ਕਰਦੇ ਹਾਂ ਐਡਵਾਂਸਡ 에ਅਰ ਡਿਫੈਂਸ AAD। ਇਟ ਇਜ਼ ਅ ਮਿਜ਼ਾਈਲ ਫॉर ਲੋਅਰ ਅਲਟੀਟਿਊਡ ਇੰਟਰਸੈਪਸ਼ਨ, ਜਿਹਦੇ 'ਚ ਇੱਕ ਐਗਜ਼ਾਮਪਲ ਆ ਸਾਡੇ ਕੋਲ ਅਸ਼ਵਿਨ ਮਿਜ਼ਾਈਲ। ਅਸ਼ਵਿਨ ਮਿਜ਼ਾਈਲ ਆ ਜੋ ਇੰਡੀਆ ਦੀ ਉਹ ਹੈਗੀ ਆ ਐਡਵਾਂਸਡ 에ਅਰ ਡਿਫੈਂਸ ਸਿਸਟਮ ਦੇ ਲਈ ਜੋ ਇੱਕ ਲੋਅਰ ਅਲਟੀਟਿਊਡ ਤੇ ਯੂਜ਼ ਕੀਤਾ ਜਾਂਦਾ, ਠੀਕ ਹੈ ਜੀ। ਤੇ ਜਿਹੜੀ ਸਾਡੀ ਪ੍ਰਿਥਵੀ ਮਿਜ਼ਾਈਲ ਆ ਉਹ ਹੈਗੀ ਆ ਹਾਈ ਅਲਟੀਟਿਊਡ ਵਾਸਤੇ, ਜਿਹੜੇ ਸਿਸਟਮ ਨੂੰ ਅਸੀਂ ਕਹਿੰਦੇ ਆ ਪ੍ਰਦਿਉਮਨ 에ਅਰ ਡਿਫੈਂਸ ਮਿਜ਼ਾਈਲ ਸਿਸਟਮ, ਠੀਕ ਹੈ। ਇਹ ਸਾਡਾ ਹੋ ਗਿਆ ਮਿਜ਼ਾਈਲ ਡਿਫੈਂਸ ਸਿਸਟਮਸ ਬਾਰੇ। ਸੈਕੰਡ ਸਾਡਾ ਜੋ ਟੌਪਿਕ ਹੈ ਵੈਰੀ ਇੰਪੋਰਟੈਂਟ, ਦੈਟ ਇਜ਼ ਬੰਬ ਸਾਈਕਲੋਨ। ਕੰਸੀਡਰ ਦ ਫੋਲੋਇੰਗ ਵਿਚ ਆਫ ਦ ਫੋਲੋਇੰਗ ਸਟੇਟਮੈਂਟਸ ਆਰ ਕਰੈਕਟ। ਜੋ ਇਹਦੇ ਰਿਗਾਰਡਿੰਗ ਤੁਹਾਡੇ ਲਈ ਕੁਐਸਚਨ ਆ ਉਹ ਇਹ ਹੈ, ਫਸਟ ਸਟੇਟਮੈਂਟ ਇਜ਼ ਡਾਇਰੈਕਸ਼ਨ ਆਫ ਵਿੰਡਸ depends on the pressure gradient between two areas, ठीक है जी। Second statement is winds blow from an area of low pressure to the area of high pressure। एक low pressure तो high pressure ਦੇ area ਵੱਲ ਨੂੰ winds blow ਕਰਦੀਆਂ ਨੇ। Third statement है low pressure at the center is one of the characteristic features of cyclone। Fourth option, direction of winds in anticyclone is anti-clockwise in northern hemisphere and clockwise in southern hemisphere, ठीक है जी। ਤੁਸੀਂ ਇਹਨਾਂ ਜੋ ਦੱਸਣਾ ਕਿਹੜੀਆਂ ਸਟੇਟਮੈਂਟਸ ਕਰੈਕਟ ਨੇ, whether all are correct or first and second are correct, first and third are correct or 1, 3 and 4 are correct, ਠੀਕ ਹੈ। ਤੇ ਫਿਰ ਆਪਾਂ ਗੱਲ ਕਰਦੇ ਹਾਂ ਜੀ ਵਾਰਮ ਸਾਈਕਲੋਨ ਬਾਰੇ। why in news recently a warm cyclone named Elliott, very important, ਇਹ ਨਾਂ ਤੁਹਾਨੂੰ ਪਤਾ ਹੋਣਾ ਚਾਹੀਦਾ। Elliott ਕੀ ਹੈ? Elliott recently ਨਿਊਜ਼ ਦੇ ਵਿੱਚ ਸੀ ਤਾਂ ਕੀ ਹੈ ਜੀ Elliott, ਇਹ ਤੁਹਾਨੂੰ ਪੁੱਛਿਆ ਜਾ ਸਕਦਾ। Elliott is a ਵਾਰਮ ਸਾਈਕਲੋਨ ਜੋ ਰੀਸੈਂਟਲੀ US ਤੇ ਕੈਨੇਡਾ ਦੇ ਏਰੀਆ 'ਚ ਉਹਨੇ ਹਾਈ ਡੈਵਸਟੇਸ਼ਨ ਕੀਤੀ ਹੈ, ਠੀਕ ਹੈ ਜੀ। ਬਹੁਤ ਜ਼ਿਆਦਾ ਨੁਕਸਾਨ ਕਰ ਰਿਹਾ ਕਰੰਟਲੀ ਇਹ US ਤੇ ਕੈਨੇਡਾ ਦੇ ਵਿੱਚ। ਦੈਨ ਫਿਰ ਆਪਾਂ ਗੱਲ ਕਰ ਲਈਏ ਵਾਰਮ ਸਾਈਕਲੋਨ। ਵਾਰਮ ਸਾਈਕਲੋਨ ਹੁੰਦਾ ਕੀ ਆ? ਜਦੋਂ ਅਸੀਂ 에ਅਰ ਮੂਵਮੈਂਟ ਦੀ ਗੱਲ ਕਰਦੇ ਹਾਂ, ਜਿਵੇਂ 2 ਏਰੀਆਜ਼ ਨੇ, one is this another one is this। ਇੱਥੇ ਸਾਡੇ ਕੋਲੇ ਟੈਂਪਰੇਚਰ ਜ਼ਿਆਦਾ ਗਾ, ਹਾਈ ਟੈਂਪਰੇਚਰ, ਜਿਹਦੇ ਕਰਕੇ ਕੀ ਹੋਣਾ, ਹਾਈ ਟੈਂਪਰੇਚਰ ਹੋਣ ਕਰਕੇ ਇੱਥੇ ਲੋ ਪ੍ਰੈਸ਼ਰ 에ਅਰ ਆ ਜਿਹੜੀ ਇੱਥੇ ਗਰਮ ਹਵਾ ਉਹ ਹਲਕੀ ਹੁੰਦੀ ਆ, ਉਹ ਉੱਪਰ ਨੂੰ ਉੱਠੂ, ਹੈ ਨਾ। 에ਅਰ ਰਾਈਜ਼ ਕਰੂਗੀ, 에ਅਰ ਇੱਥੋਂ ਰਾਈਜ਼ ਕਰ ਰਹੀ ਆ, ਜਿਹਦੇ ਕਰਕੇ ਇੱਥੇ ਲੋ ਪ੍ਰੈਸ਼ਰ ਹੋ ਰਿਹਾ ਕਿਉਂਕਿ ਇੱਥੇ ਜਿਹੜੀ 에ਅਰ ਆ ਇੱਥੋਂ ਵਾਲੀ 에ਅਰ ਉੱਪਰ ਉੱਠ ਗਈ, ਜਿਹਦੇ ਕਰਕੇ ਜਿਹੜਾ ਏਰੀਆ ਹੈਗਾ ਇੱਥੇ ਲੋ ਪ੍ਰੈਸ਼ਰ ਡਿਵੈਲਪ ਹੋ ਗਿਆ, ਠੀਕ ਹੈ ਜੀ। ਤੇ ਇੱਕ ਸਾਡੇ ਕੋਲ ਇੱਧਰ ਥੋੜਾ ਜਿਹਾ ਹੋਰ ਇਹਦੇ ਨੇੜੇ ਏਰੀਆ ਇੱਥੇ ਕੰਪੈਰੇਟਿਵਲੀ ਹਾਈ ਟੈਂਪਰੇਚਰ ਆ। ਹਾਈ ਟੈਂਪਰੇਚਰ ਹੋਣ ਕਰਕੇ ਜਿਹੜੀ 에ਅਰ ਆ, 에ਅਰ ਭਾਰੀ ਹੋਊ, 에ਅਰ ਇੱਥੇ ਉੱਪਰ ਨਹੀਂ ਜਾਊਗੀ, 에ਅਰ ਨੀਚੇ ਨੂੰ ਸਬਸਿਡਾਈਜ਼ ਕਰੂਗੀ। ਹਾਈ ਟੈਂਪਰੇਚਰ ਆ, ਲੋ ਟੈਂਪਰੇਚਰ, ਹਾਈ ਟੈਂਪਰੇਚਰ ਨਹੀਂ, ਇੱਥੇ ਲੋ ਟੈਂਪਰੇਚਰ ਹੈ, ਇੱਧਰ ਹਾਈ ਟੈਂਪਰੇਚਰ ਸੀ, ਇੱਧਰ ਲੋ ਹੈ। ਦਿਸ ਇਜ਼ ਐਨ ਏਰੀਆ ਆਫ ਲੋ ਟੈਂਪਰੇਚਰ, ਜਿਹਦੇ ਕਰਕੇ 에ਅਰ ਉੱਪਰੋਂ ਨੀਚੇ ਨੂੰ ਇਕੱਠੀ ਹੋ ਰਹੀ ਹੈ। ਜਦੋਂ ਜ਼ਿਆਦਾ 에ਅਰ ਇੱਕ ਥਾਂ ਇਕੱਠੀ ਹੋਊਗੀ ਤਾਂ ਉਹ ਬਣ ਜਾਂਦਾ ਏਰੀਆ ਆਫ ਹਾਈ ਪ੍ਰੈਸ਼ਰ, ਠੀਕ ਹੈ ਜੀ, ਏਰੀਆ ਆਫ ਹਾਈ ਪ੍ਰੈਸ਼ਰ। ਤੇ ਜਦੋਂ ਵੀ 에ਅਰ ਮੂਵ ਕਰਦੀ ਹੈ ਜਾਂ ਵਿੰਡਸ ਬਲੋ ਕਰਦੀਆਂ ਨੇ, ਉਹ ਬਲੋ ਕਰਦੀਆਂ ਨੇ ਫਰੋਮ ਹਾਈ ਪ੍ਰੈਸ਼ਰ ਟੂ 에ਅਰ ਪ੍ਰੈਸ਼ਰ, ਜਿਹਨੂੰ ਅਸੀਂ ਕਹਿੰਦੇ ਨੇ ਪ੍ਰੈਸ਼ਰ ਗ੍ਰੇਡੀਐਂਟ। ਮਤਲਬ ਪ੍ਰੈਸ਼ਰ ਦੇ ਵਿੱਚ ਕਿੰਨਾ ਫਰਕ ਆ, ਜੇ ਇੱਕ ਥਾਂ ਜ਼ਿਆਦਾ ਪ੍ਰੈਸ਼ਰ ਹੈ, ਇੱਕ ਥਾਂ ਘੱਟ ਪ੍ਰੈਸ਼ਰ ਆ, ਤਾਂ ਜਿਹੜੀ 에ਅਰ ਆ ਆਲਵੇਜ਼ ਬਲੋ ਕਰਦੀ ਆ ਫਰੋਮ ਏਰੀਆ ਆਫ ਹਾਈ ਪ੍ਰੈਸ਼ਰ ਟੂ ਏਰੀਆ ਆਫ ਲੋ ਪ੍ਰੈਸ਼ਰ। ਮਤਲਬ 에ਅਰ ਇੱਧਰ ਨੂੰ ਬਲੋ ਕਰੂ। ਇਹ ਨਾਰਮਲ ਸਾਡੀਆਂ ਜੋ ਕੰਡੀਸ਼ਨਸ ਨੇ ਉਹਨਾਂ ਦੇ ਵਿੱਚ ਹੁੰਦਾ। ਬਟ ਜਦੋਂ ਸਾਡੇ ਕੋਲੇ ਬੰਬ ਸਾਈਕਲੋਨ ਬਣਦਾ, ਉਹਦੇ 'ਚ ਕੀ ਹੁੰਦਾ, ਜੋ ਲੋ ਪ੍ਰੈਸ਼ਰ ਵਾਲਾ ਏਰੀਆ ਉਹਦੇ 'ਚ ਪ੍ਰੈਸ਼ਰ ਹੋਰ ਜ਼ਿਆਦਾ ਘਟ ਜਾਂਦਾ, ਠੀਕ ਹੈ ਜੀ। ਮਤਲਬ ਪਹਿਲਾਂ ਇੱਥੇ ਕਹਿ ਲਓ ਵੀ ਕੁਛ ਵੀ ਅਮਾਊਂਟ ਆਫ ਪ੍ਰੈਸ਼ਰ ਸੀਗਾ, ਹੁਣ ਉਹ ਪ੍ਰੈਸ਼ਰ ਹੋਰ ਘਟ ਗਿਆ। ਪਹਿਲਾਂ ਮਤਲਬ ਮੰਨ ਲਓ 50 ਮਿਲੀ ਵਾਟਸ ਪ੍ਰੈਸ਼ਰ ਸੀ ਇੱਥੇ, ਇਹ ਪ੍ਰੈਸ਼ਰ ਦੀ ਯੂਨਿਟ ਆ। ਬਟ ਹੁਣ ਕੰਡੀਸ਼ਨਸ ਇੱਦਾਂ ਦੀਆਂ ਡਿਵੈਲਪ ਹੋ ਗਈਆਂ ਵੀ ਇੱਥੇ ਜਿਹੜਾ ਪ੍ਰੈਸ਼ਰ ਆ ਹੋਰ ਘਟ ਕੇ -10 ਤੇ ਚਲਿਆ ਗਿਆ,
ਠੀਕ ਹੈ ਜੀ। ਕਿੰਨਾ ਪ੍ਰੈਸ਼ਰ ਘਟ ਗਿਆ, ਜਿਹਦੇ ਨਾਲ ਕੀ ਹੋਊਗਾ, ਇਧਰੋਂ ਜਿਹੜੀ ਹਾਈ ਪ੍ਰੈਸ਼ਰ ਤੋਂ 에ਅਰ ਆ ਉਹ ਹੋਰ ਜ਼ਿਆਦਾ ਫਾਸਟਲੀ, ਜ਼ਿਆਦਾ ਇੰਟੈਂਸੀਫਾਈਡ ਵੇ ਦੇ ਨਾਲ ਇਧਰ ਨੂੰ ਬਲੋ ਕਰਨ ਲੱਗ ਜੂ, ਜਿਹਦੇ ਨਾਲ ਕੀ ਆ, ਇੱਥੇ ਜਿਹੜੀ ਕੰਡੀਸ਼ਨ ਆ ਉਹ ਇੱਥੋਂ ਦੇ ਇਸ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਉਹਦਾ ਬਹੁਤ ਜ਼ਿਆਦਾ ਨੈਗੇਟਿਵ ਇੰਪੈਕਟ ਉਹਨਾਂ ਦੇ ਪਊਗਾ, ਠੀਕ ਹੈ, ਨੁਕਸਾਨਦੇਹ ਹੋਊ ਉਹਨਾਂ ਤੋਂ, ਕਿਉਂਕਿ ਜਦੋਂ ਜ਼ਿਆਦਾ ਸਪੀਡ ਦੇ ਵਿੱਚ ਵਿੰਡਸ ਬਲੋ ਕਰ ਰਹੀਆਂ ਨੇ। ਤੇ ਇਹ ਜੋ ਸਿਸਟਮ ਆ ਸਾਰਾ, ਇਹਨੂੰ ਅਸੀਂ ਕਹਿੰਦੇ ਆ ਬੰਬ ਸਾਈਕਲੋਨ। ਮਤਲਬ ਇੱਥੇ ਲੋ ਪ੍ਰੈਸ਼ਰ ਆ, ਸਾਰੇ ਪਾਸਿਓਂ 에ਅਰ ਇੱਥੇ ਆ ਰਹੀ ਆ। ਸਾਨੂੰ ਪਤਾ ਸਾਈਕਲੋਨ ਦੇ ਵਿੱਚ ਕੀ ਹੁੰਦਾ, ਵੀ ਸਾਈਕਲੋਨ ਦੇ ਸੈਂਟਰ ਦੇ ਵਿੱਚ ਲੋ ਪ੍ਰੈਸ਼ਰ ਡਿਵੈਲਪ ਹੋ ਜਾਂਦਾ, ਜਿਹਦੇ ਕਰਕੇ ਆਸੇ-ਪਾਸੇ ਤੋਂ ਸਾਰੀ 에ਅਰ ਟੂਵਰਡਸ ਦੈਟ ਏਰੀਆ ਬਲੋ ਕਰਨ ਲੱਗ ਜਾਂਦੀ ਆ। ਤੇ ਜਦੋਂ ਉਹ ਲੋ ਪ੍ਰੈਸ਼ਰ ਵਾਲੇ ਏਰੀਆ ਦੇ ਵਿੱਚ ਪ੍ਰੈਸ਼ਰ ਹੋਰ ਜ਼ਿਆਦਾ ਘਟ ਜਾਊਗਾ, ਉਹਦੇ ਨਾਲ ਹੋਰ ਜ਼ਿਆਦਾ ਸਪੀਡ ਨਾਲ ਆਸੇ-ਪਾਸੇ ਤੋਂ ਹਵਾ ਆਊ, ਤੇ ਜਿਹਦੇ ਨਾਲ ਜਿਹੜੀ ਕੰਡੀਸ਼ਨ ਬਣਦੀ ਆ ਉਹਨੂੰ ਕਹਿੰਦੇ ਆ ਬੰਬ ਸਾਈਕਲੋਨ। Bomb cyclone is defined by how rapidly the pressure drops in the low pressure air mass. It is by at least 24 millibars in 24 hours। ਮਤਲਬ ਘੱਟੋ ਘੱਟ 24 ਘੰਟਿਆਂ ਦੇ ਵਿੱਚ ਉਹ ਪ੍ਰੈਸ਼ਰ ਆ ਜਿਹੜਾ 24 ਮਿਲੀਬਾਰਸ ਦੇ ਨਾਲ ਰਿਡਿਊਸ ਹੋਣਾ ਚਾਹੀਦਾ, ਠੀਕ ਹੈ ਜੀ। ਇਹ ਇਹਦੇ ਲਈ ਇੱਕ ਕੰਡੀਸ਼ਨ ਆ, ਤੇ ਇਹਦੇ ਕਰਕੇ ਜੋ ਇੱਕ ਸਿਸਟਮ ਡਿਵੈਲਪ ਹੁੰਦਾ ਜਾਂ ਇੱਕ ਪ੍ਰੋਸੈਸ ਜਾਂ ਇੱਕ ਫੀਨੋਮੀਨਾ ਬਣਦਾ, ਉਹਨੂੰ ਅਸੀਂ ਕਹਿੰਦੇ ਆ ਬੰਬੋਜੈਨੇਸਿਸ। ਬੰਬੋਜੈਨੇਸਿਸ, ਜਿਹਦਾ ਮਤਲਬ ਕੀ ਹੈ ਜੀ ਬੰਬੋਜੈਨੇਸਿਸ ਦਾ, ਦੈਟ ਮੀਨਸ ਦ ਪ੍ਰੋਸੈਸ ਆਫ ਰੈਪਿਡ ਇੰਟੈਂਸੀਫਿਕੇਸ਼ਨ ਆਫ ਵਿੰਡ ਸਿਸਟਮਸ, ਠੀਕ ਹੈ ਜੀ। ਮਤਲਬ ਵਿੰਡ ਸਿਸਟਮ ਜ਼ਿਆਦਾ ਇੰਟੈਂਸੀਫਾਈਡ ਹੋ ਜਾਂਦੇ ਨੇ, ਵਿੰਡਸ ਜ਼ਿਆਦਾ ਸਪੀਡ ਦੇ ਨਾਲ ਬਲੋ ਕਰਨ ਲੱਗ ਜਾਂਦੀਆਂ ਨੇ। ਆ ਸਾਡੇ ਕੋਲੇ ਬੰਬ ਸਾਈਕਲੋਨ ਬਾਰੇ ਆ ਗਿਆ, ਤੇ ਆ ਇਮੇਜ ਬਣੀ ਆ, ਦੇਖੋ ਕਿੰਨੀ ਜ਼ਿਆਦਾ ਉੱਥੇ ਸਨੋ ਪੈ ਰਹੀ ਆ, ਪਲੱਸ ਉਹਦੇ ਨਾਲ ਜੋ ਵਿੰਡਸ ਨੇ ਜ਼ਿਆਦਾ ਸਪੀਡ ਨਾਲ ਬਲੋ ਕਰਦੀਆਂ ਨੇ, ਜਿਹਦੇ ਕਰਕੇ ਅਰਾਊਂਡ 40 to 45 ਡੈਥਸ ਹਾਲੇ ਤੱਕ ਰਿਪੋਰਟ ਹੋ ਚੁੱਕੀਆਂ ਨੇ ਉੱਥੋਂ। The recent episode of bomb cyclone is reported near the Great Lakes of North America। ਨਾਰਥ ਅਮਰੀਕਾ ਦੇ ਵਿੱਚ ਗ੍ਰੇਟ ਲੇਕਸ ਨੇ, ਕੁਝ 5 ਲੇਕਸ ਨੇ ਜਿਨ੍ਹਾਂ ਨੂੰ ਗ੍ਰੇਟ ਲੇਕਸ ਆਫ ਨਾਰਥ ਅਮਰੀਕਾ ਕਿਹਾ ਜਾਂਦਾ। ਉਸ ਏਰੀਆ ਦੇ ਵਿੱਚ ਇਹ ਬੰਬ ਸਾਈਕਲੋਨ ਵਾਲਾ ਜੋ ਐਪੀਸੋਡ ਆ, ਇਹ ਰੀਸੈਂਟਲੀ ਰਿਪੋਰਟ ਕੀਤਾ ਗਿਆ। ਤੇ ਇੱਕ ਉੱਥੇ ਪਰਟੀਕੂਲਰ ਇਹਦੇ ਲਈ ਇੱਕ ਲੋਕੇਸ਼ਨ ਨਿਊਜ਼ ਦੇ ਵਿੱਚ ਆ ਰਹੀ ਹੈ, ਦੈਟ ਇਜ਼ ਬਫਲੋ ਏਰੀਆ, ਠੀਕ ਹੈ ਜੀ। ਅਮਰੀਕਾ ਦਾ ਬਫਲੋ ਏਰੀਆ ਹੈਗਾ, ਜਿੱਥੇ ਬਹੁਤ ਜ਼ਿਆਦਾ ਇਹਦਾ ਇੰਪੈਕਟ ਦੇਖਿਆ ਜਾ ਰਿਹਾ। ਫਿਰ ਅਸੀਂ ਗੱਲ ਕਰ ਲਈਏ ਇਹਨਾਂ ਦੀਆਂ ਗ੍ਰੇਟ ਲੇਕਸ ਦੀ, ਕਿਹੜੀਆਂ ਕਿਹੜੀਆਂ ਗ੍ਰੇਟ ਲੇਕਸ ਨੇ ਜੀ ਅਮਰੀਕਾ ਦੀਆਂ। ਇਹ ਅਮਰੀਕਾ ਤੇ ਕੈਨੇਡਾ ਦੇ ਬਾਰਡਰ ਤੇ ਸਾਨੂੰ ਮਿਲਦੀਆਂ ਨੇ। ਪਹਿਲਾਂ ਹੋਊਗੀ ਲੇਕ ਸੁਪੀਰੀਅਰ, Lake Superior, then Lake Michigan, Lake Huron, then Lake Ontario and Lake Erie, ਠੀਕ ਹੈ ਜੀ। ਇਹ 5 ਲੇਕਸ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ 5 ਗ੍ਰੇਟ ਲੇਕਸ ਆਫ ਅਮਰੀਕਾ। ਇੱਧਰ ਸਾਡੇ ਕੋਲ ਕੈਨੇਡਾ ਆ ਗਿਆ, ਸਾਰਾ ਕੈਨੇਡਾ ਦਾ ਏਰੀਆ ਹੈਗਾ। ਇੱਧਰ ਸਾਡੇ ਕੋਲ ਆ ਗਿਆ US ਵਾਲਾ ਏਰੀਆ, ਠੀਕ ਹੈ ਜੀ। ਸੋ ਕੈਨੇਡਾ ਤੇ ਅਮਰੀਕਾ ਦੇ ਬਾਰਡਰ ਦੇ ਉੱਪਰ ਇਹ ਲੋਕੇਟਡ ਨੇ ਗ੍ਰੇਟ ਲੇਕਸ। ਤੇ ਇੱਥੇ ਹੀ ਸਾਡੇ ਕੋਲੇ ਨਿਆਗਰਾ ਫਾਲ ਵੀ ਇੱਥੇ ਹੀ ਆ ਰਿਹਾ ਬਫਲੋ ਦਾ ਏਰੀਆ, ਠੀਕ ਹੈ ਜੀ। ਆ ਰਿਹਾ ਬਫਲੋ, ਜੋ ਲੇਕ ਅੰਟਾਰੀਓ ਤੇ ਲੇਕ ਏਰੀ ਦੇ ਨੇੜੇ ਪੈਂਦਾ, ਉਹਨਾਂ ਦੇ ਵਿਚਾਲੇ ਪੈਂਦਾ ਬਫਲੋ। ਇੱਥੇ ਹੀ ਜ਼ਿਆਦਾ ਇਫੈਕਟ ਦੇਖਿਆ ਜਾ ਰਿਹਾ ਜੋ ਰੀਸੈਂਟ ਐਪੀਸੋਡ ਆਫ ਬੰਬ ਸਾਈਕਲੋਨ ਦੇਖਿਆ ਜਾ ਰਿਹਾ, ਠੀਕ ਹੈ ਜੀ। ਆ ਗਏ ਨਾਇਗਰਾ ਫਾਲਸ, ਵੈਰੀ ਫੇਮਸ ਨੇ ਜੋ। ਨਿਆਗਰਾ ਫਾਲਸ ਜੋ ਲੇਕ ਅੰਟਾਰੀਓ ਤੇ ਲੇਕ ਏਰੀ ਦੇ ਵਿੱਚ ਪੈਂਦੇ ਨੇ, ਠੀਕ ਹੈ। ਸੋ ਧਿਆਨ ਰੱਖਿਓ, ਇੱਥੇ ਜ਼ਿਆਦਾ ਇੱਥੇ ਮਤਲਬ ਕਿ ਇਹਦਾ ਇੰਪੈਕਟ ਆ ਜਿਹੜਾ ਰੀਸੈਂਟ ਜੋ ਬੰਬ ਸਾਈਕਲੋਨ ਆਇਆ ਉਹ ਦੇਖਿਆ ਜਾ ਰਿਹਾ। ਦੈਨ ਫਿਰ ਆਪਾਂ ਗੱਲ ਕਰ ਲਈਏ ਬੰਬ ਸਾਈਕਲੋਨ ਤੇ ਨਾਰਮਲ ਜਿਹੜਾ ਸਾਈਕਲੋਨ ਹੁੰਦਾ, ਜਿਹਨੂੰ ਅਸੀਂ ਅਮਰੀਕਾ ਵਾਲੇ ਰੀਜਨ ਦੇ ਵਿੱਚ ਜਿਹੜਾ ਨਾਰਮਲ ਸਾਈਕਲੋਨ ਉਹਨੂੰ ਹਰੀਕੇਨ ਕਿਹਾ ਜਾਂਦੇ ਨੇ, ਹਰੀਕੇਨਸ। ਤਾਂ ਹਰੀਕੇਨਸ ਤੇ ਬੰਬ ਸਾਈਕਲੋਨ ਦੇ ਵਿੱਚ ਕੀ ਡਿਫਰੈਂਸ ਆ? ਜਿਹੜਾ ਨਾਰਮਲ ਸਾਈਕਲੋਨ ਆ ਜਿਹਨੂੰ ਅਸੀਂ ਹਰੀਕੇਨ ਕਹਿ ਦਿੰਦੇ ਆ, ਉਹ ਮੋਸਟਲੀ ਯੂਜ਼ਲੀ ਸਮਰਸ ਦੇ ਟਾਈਮ ਤੇ ਦੇਖਿਆ ਜਾਂਦਾ। ਸਮਰਸ ਜਾਂ ਜੋ ਅਰਲੀ ਫਾਲ ਦਾ ਪੀਰੀਅਡ ਹੁੰਦਾ ਨਾ, ਜਦੋਂ ਪਤਝੜ ਸ਼ੁਰੂ ਹੁੰਦੀ ਆ ਅਮਰੀਕਾ ਦੇ ਵਿੱਚ, ਉਹਨੂੰ ਕਹਿੰਦੇ ਨੇ ਅਰਲੀ ਫਾਲ। ਉਸ ਸਮੇਂ ਦੇ ਵਿੱਚ ਦੇਖਿਆ, ਉਸ ਸਮੇਂ ਦੇ ਵਿੱਚ ਜਿਹੜੇ ਸਾਈਕਲੋਨਸ ਬਣਦੇ ਨੇ ਉਹਨਾਂ ਨੂੰ ਅਸੀਂ ਉੱਥੇ ਕਹਿੰਦੇ ਆ ਹਰੀਕੇਨਸ। ਤੇ ਉਹ ਬਣਦੇ ਨੇ ਵਾਰਮ ਸੀਜ਼ ਦੇ ਉੱਪਰ, ਮਤਲਬ ਕਿ ਵਾਰਮ ਸੀਜ਼ ਜਿਹੜੀਆਂ ਸਾਡੇ ਵਾਟਰ ਸਰਫੇਸ ਆ, ਜਦੋਂ ਗਰਮ ਹੋ ਜਾਂਦਾ ਉਹਦੇ ਤੋਂ ਇਹਨਾਂ ਨੂੰ એનર્ਜੀ ਮਿਲਦੀ ਹੈ, ਜਿਹਦੇ ਨਾਲ ਉੱਥੇ ਸਾਈਕਲੋਨ ਬਣਦੇ ਨੇ, ਜਿਨ੍ਹਾਂ ਨੂੰ ਅਸੀਂ ਕਹਿੰਦੇ ਨੇ ਹਰੀਕੇਨਸ। ਤੇ ਜਿਹੜੇ ਸਾਡੇ ਬੰਬ ਸਾਈਕਲੋਨ ਨੇ, ਬੰਬ ਸਾਈਕਲੋਨ ਜਨਰਲੀ ਅਕਰ ਕਰਦੇ ਨੇ ਜੀ ਕੋਲਡਰ ਮੰਥਸ ਦੇ ਵਿੱਚ, ਕਿਉਂਕਿ ਹੁਣ ਠੰਡ ਪੈ ਰਹੀ ਆ।
ਠੰਡ ਦੇ ਟਾਈਮ ਦੇ ਵਿੱਚ ਇਹ ਦੇਖੇ ਜਾ ਰਹੇ ਨੇ। ਸੋ ਇਹਨਾਂ ਦੋਨਾਂ ਦੇ ਵਿੱਚ ਇਹ ਡਿਫਰੈਂਸ ਆ ਵੀ ਜਿਹੜੇ ਬੰਬ ਸਾਈਕਲੋਨ ਆ ਇਹ ਬਣਦੇ ਨੇ ਡਿਊਰਿੰਗ ਵਿੰਟਰਸ, ਤੇ ਜਿਹੜੇ ਹਰੀਕੇਨਸ ਨੇ ਔਰ ਨਾਰਮਲ ਸਾਈਕਲੋਨਸ ਨੇ ਜਿਨ੍ਹਾਂ ਨੂੰ ਅਸੀਂ ਟ੍ਰੋਪੀਕਲ ਸਾਈਕਲੋਨ ਕਹਿ ਦਿੰਦੇ ਆ ਉਹ ਬਣਦੇ ਨੇ ਸਮਰ ਜਾਂ ਅਰਲੀ ਫਾਲ ਦੇ ਵਿੱਚ। ਉਹਨਾਂ ਨੂੰ ਇੱਕ ਵਾਰਮ ਵਾਟਰ ਸਰਫੇਸ ਚਾਹੀਦਾ ਹੁੰਦਾ એનર્ਜੀ ਲੈਣ ਦੇ ਲਈ, ਉਹਦੇ ਉੱਪਰ ਹੀ ਉਹ ਡਿਵੈਲਪ ਕਰਦੇ ਨੇ। ਠੀਕ ਹੈ, ਸੋ ਇਹ ਸਾਡਾ ਸੈਕੰਡ ਜੋ ਮੇਜਰ ਟੌਪਿਕ ਸੀ ਜੋ ਰੀਸੈਂਟਲੀ ਨਿਊਜ਼ ਦੇ ਵਿੱਚ ਆ। ਤੇ ਥਰਡ ਸਾਡਾ ਟੌਪਿਕ ਜੋ ਫॉर ਟੁਡੇਜ਼ ਡਿਸਕਸ਼ਨ ਇਜ਼ ਗੂਗਲ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ ਕੇਸ ਜੋ ਰੀਸੈਂਟਲੀ ਕਾਫੀ ਨਿਊਜ਼ ਦੇ ਵਿੱਚ ਰਿਹਾ ਉਹਦੇ ਬਾਰੇ ਹੈ। ਤੇ ਇਹਦੇ ਰਿਗਾਰਡਿੰਗ ਤੁਹਾਨੂੰ ਕੁਐਸਚਨ ਹੈ ਜੀ ਵਿਚ ਆਫ ਦਾ ਫੋਲੋਇੰਗ ਇਜ਼ ਕਰੈਕਟ ਅਬਾਊਟ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ। ਭਾਰਤ ਦੇ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ ਬਾਰੇ ਕਿਹੜੀ ਸਟੇਟਮੈਂਟ ਠੀਕ ਹੈ? ਫਸਟ ਇਜ਼ CCI ਇਜ਼ ਅ ਕੁਆਜ਼ੀ ਜੁਡੀਸ਼ੀਅਲ ਕਨਸਟੀਟਿਊਸ਼ਨਲ ਬੋਡੀ। ਠੀਕ ਹੈ ਜੀ, ਕੀ ਕਹਿੰਦੇ ਨੇ? ਕਹਿੰਦੇ ਵੀ CCI ਹੈ ਜੋ ਉਹ ਇੱਕ ਕੁਆਜ਼ੀ ਜੁਡੀਸ਼ੀਅਲ ਕਨਸਟੀਟਿਊਸ਼ਨਲ ਬੋਡੀ ਹੈ। ਸੈਕੰਡ ਸਟੇਟਮੈਂਟ ਇਟ ਵਾਜ਼ ਐਸਟੈਬਲਿਸ਼ਡ ਇਨ 2009। ਸੋ ਇਹਨਾਂ ਚੋਂ ਦੱਸਣਾ ਤੁਸੀਂ ਕਿਹੜੀਆਂ ਕਿਹੜੀਆਂ ਸਟੇਟਮੈਂਟਸ ਠੀਕ ਨੇ, ਕਿਹੜੀ ਗਲਤ ਆ। ਫਸਟ ਠੀਕ ਹੈ, ਸੈਕੰਡ ਠੀਕ ਹੈ, ਥਰਡ ਠੀਕ ਹੈ ਜਾਂ ਫੋਰਥ ਠੀਕ ਹੈ। ਦੈਨ ਵਾਈ ਇਟ ਵਾਜ਼ ਇਨ ਨਿਊਜ਼? CCI ਨਿਊਜ਼ ਦੇ ਵਿੱਚ ਕਿਉਂ ਹੈ? ਬਿਕੋਜ਼ ਰੀਸੈਂਟਲੀ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ ਨੇ ਅਰਾਊਂਡ 1300 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਜੀ ਗੂਗਲ ਦੇ ਉੱਪਰ। ਠੀਕ ਹੈ, ਤੇ ਜਿਹਦੇ ਅਗੇਂਸਟ ਗੂਗਲ ਨੇ ਨੈਸ਼ਨਲ ਕੰਪਨੀ ਲਾਅ ਐਪੀਲੇਟ ਟ੍ਰਾਈਬਿਊਨਲ ਆ ਉਹਦੇ ਵਿੱਚ ਅਪੀਲ ਫਾਈਲ ਕੀਤੀ ਆ ਅਗੇਂਸਟ ਦਾ ਆਰਡਰ ਆਫ CCI। Recently, Competition Commission of India has imposed a penalty of rupees 1336 crore on Google। ਕਿਉਂ ਲਾਈ ਹੈ ਜੀ? for abusing its dominant position in Android mobile device ecosystem। ਕਿਉਂਕਿ Google ਦੀ ਇੱਕ ਡੋਮੀਨੈਂਟ ਪੋਜੀਸ਼ਨ ਹੋਲਡ ਕਰਦਾ, ਇੱਕ ਬਹੁਤ ਮਹੱਤਵਪੂਰਨ ਪੋਜੀਸ਼ਨ ਹੋਲਡ ਕਰਦਾ ਮੋਬਾਈਲ ਜਦੋਂ ਅਸੀਂ ਈਕੋਸਿਸਟਮ ਦੀ ਗੱਲ ਕਰਦੇ ਹਾਂ, ਤੇ ਉਹਦੇ ਕਰਕੇ ਇਹਨੇ ਆਪਣੀ ਉਸ ਪੋਜੀਸ਼ਨ ਦਾ ਮਿਸਯੂਜ਼ ਕੀਤਾ ਜਿਹਦੇ ਕਰਕੇ ਇਹ ਕੇਸ, ਜਿਹਦੇ ਕਰਕੇ ਪੈਨਲਟੀ ਲਾਈ ਗਈ ਆ। ਤਾਂ ਕੇਸ ਹੈ ਕੀ ਆ? ਆਪਾਂ ਜਦੋਂ ਕੇਸ ਦੀ ਗੱਲ ਕਰਦੇ ਹਾਂ ਵੀ ਕਿਹੜਾ ਕੇਸ ਆ, ਕਿਵੇਂ ਉਹਨਾਂ ਨੇ ਆਪਣੀ ਪੋਜੀਸ਼ਨ ਨੂੰ ਮਿਸਯੂਜ਼ ਕੀਤਾ, ਉਹ ਤੁਹਾਨੂੰ ਪਤਾ ਹੋਣਾ ਚਾਹੀਦਾ। The case goes back to a complaint filed against Google's unfair business practice back in 2019। 2019 ਦੇ ਵਿੱਚ Google ਦੇ unfair business practice ਦੇ ਲਈ unfair business practices ਕਰਕੇ ਉਹਦੇ ਅਗੇਂਸਟ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ ਕੋਲ ਇੱਕ ਕੰਪਲੇਂਟ ਫਾਈਲ ਕੀਤੀ ਗਈ ਸੀ, ਜਿਹਦੇ ਤਹਿਤ CCI ਨੇ ਹੁਣ ਇਹਨਾਂ ਦੇ ਉੱਪਰ ਇਹ ਫਾਈਨ ਡਿਕਲੇਅਰ ਕੀਤਾ, ਫਾਈਨ ਇੰਪੋਜ਼ ਕੀਤਾ। CCI has stated that Google breached the competition law। ਜੋ ਇੰਡੀਆ ਦਾ ਕੰਪੀਟੀਸ਼ਨ ਲਾਅ ਹੈ ਜੋ ਮਾਰਕੀਟ ਦੇ ਵਿੱਚ ਫੇਅਰ ਐਂਡ ਫ੍ਰੀ ਕੰਪੀਟੀਸ਼ਨ ਨੂੰ ਇਨਸ਼ੋਰ ਕਰਦਾ, ਕਹਿੰਦੇ ਉਸ ਲਾਅ ਨੂੰ ਗੂਗਲ ਦੀਆਂ ਕੁਝ ਐਕਟੀਵਿਟੀਜ਼ ਨੇ ਬ੍ਰੀਚ ਕੀਤਾ। ਡਿਊ ਟੂ ਮੈਂਡੇਟਰੀ ਕਿਹੜੀਆਂ ਐਕਟੀਵਿਟੀਜ਼ ਨੇ ਜਿਨ੍ਹਾਂ ਕਰਕੇ ਉਹ ਬ੍ਰੀਚ ਹੋਇਆ ਜੀ? ਉਹ ਹੈ ਪ੍ਰੀ ਇੰਸਟਾਲੇਸ਼ਨ ਆਫ ਇੰਟਾਇਰ ਗੂਗਲ ਮੋਬਾਈਲ ਸੂਟ। ਮਤਲਬ ਜਦੋਂ ਅਸੀਂ ਐਂਡਰੋਇਡ ਫੋਨ ਲੈਂਦੇ ਆ ਕੋਈ, ਤਾਂ ਉਹਦੇ 'ਚ ਗੂਗਲ ਦੀਆਂ ਕੁਝ ਐਪਸ ਨੇ ਜਿਹੜੀਆਂ ਆਲਰੇਡੀ ਇੰਸਟਾਲਡ ਹੁੰਦੀਆਂ ਨੇ ਜਾਂ ਪ੍ਰੀ ਇੰਸਟਾਲਡ ਹੁੰਦੀਆਂ ਨੇ। ਠੀਕ ਹੈ ਜੀ, ਜਿਵੇਂ ਗੂਗਲ ਮੈਪਸ ਹੋ ਗਏ ਜਾਂ YouTube ਹੋ ਗਈ, ਹੈ ਨਾ, ਗੂਗਲ ਸਰਚ ਹੋ ਗਈ, ਕ੍ਰੋਮ ਹੋ ਗਿਆ, ਗੂਗਲ ਕ੍ਰੋਮ ਹੋ ਗਿਆ, ਇਹ ਸਾਰੀਆਂ ਕੁਝ ਐਪਸ ਨੇ ਕਹਿੰਦੇ ਪ੍ਰੀ ਇੰਸਟਾਲਡ ਹੁੰਦੀਆਂ ਨੇ ਤੇ ਇਹਨਾਂ ਨੂੰ ਅਸੀਂ ਡਿਲੀਟ ਵੀ ਨਹੀਂ ਕਰ ਸਕਦੇ, ਜਿਹਦੇ ਕਰਕੇ ਇਹਨਾਂ ਨੇ ਜੋ ਕੰਪੀਟੀਸ਼ਨ ਲਾਅ ਹੈ ਜਾਂ ਸਾਡਾ ਐਪਲੀਕੇਸ਼ਨ ਮੋਬਾਈਲ ਐਪਲੀਕੇਸ਼ਨ ਡਿਸਟ੍ਰੀਬਿਊਸ਼ਨ ਐਗਰੀਮੈਂਟ ਸੀ, ਉਹਦੀਆਂ ਜੋ ਕੁਝ ਕੰਡੀਸ਼ਨਸ ਸੀ ਉਹਨਾਂ ਨੂੰ ਬ੍ਰੀਚ ਕੀਤਾ ਗਿਆ। ਕਿਉਂਕਿ ਇਹਨਾਂ ਨੇ ਮੋਬਾਈਲ ਯੂਜ਼ਰਸ ਦੀਆਂ ਜਿਹੜੀਆਂ ਆਪਸ਼ਨਸ ਨੇ ਉਹਨਾਂ ਨੂੰ ਲਿਮਿਟਡ ਕਰਤਾ ਵੀ ਤੁਸੀਂ ਇਹੀ ਚੀਜ਼ਾਂ ਯੂਜ਼ ਕਰ ਸਕਦੇ ਹੋ, ਹੋਰ ਨਹੀਂ ਯੂਜ਼ ਕਰ ਸਕਦੇ। ਠੀਕ ਹੈ, ਕਿਉਂਕਿ ਇਹਨਾਂ ਦੀਆਂ ਉਹ ਆਪਣੀਆਂ ਐਪਸ ਨੇ। ਸੋ ਉਹਦੇ ਅਗੇਂਸਟ ਇੱਕ ਕੰਪਲੇਂਟ ਫਾਈਲ ਕੀਤੀ ਗਈ ਸੀ, ਜਿਹਦੇ ਨਾਲ ਦੂਸਰੀਆਂ ਐਪਸ ਨੂੰ, ਦੂਸਰੀਆਂ ਜੋ ਮੋਬਾਈਲ ਨੈਟਵਰਕਿੰਗ ਕੰਪਨੀਜ਼ ਨੇ ਜਿਹੜੀਆਂ ਇੱਦਾਂ ਦੀਆਂ ਐਪਸ ਪ੍ਰੋਵਾਈਡ ਕਰਦੀਆਂ ਨੇ, ਉਹਨਾਂ ਨੇ ਕੰਪਲੇਂਟ ਕੀਤੀ ਕਿ ਸਾਡੇ ਲਈ ਜੋ ਕੰਪੀਟੀਸ਼ਨ ਆ ਉਹ ਕਿਤੇ ਨਾ ਕਿਤੇ ਅਨਫੇਅਰ ਹੋ ਰਿਹਾ, ਬਿਕੋਜ਼ ਗੂਗਲ ਆਪਣੀ ਪੋਜੀਸ਼ਨ ਡੋਮੀਨੇਟਿੰਗ ਪੋਜੀਸ਼ਨ ਦੇ ਬੇਸਿਸ ਤੇ ਇਹ ਸਾਰੀਆਂ ਜੋ ਟਰਮਸ ਨੇ ਉਹ ਯੂਜ਼ਰਸ ਦੇ ਉੱਪਰ ਇੰਪੋਜ਼ ਕਰ ਰਹੀ ਆ, ਫੋਰਸਫੁਲੀ ਇੰਪੋਜ਼ ਕਰ ਰਹੀ ਆ। ਤੇ ਜਿਹੜਾ ਸਾਡਾ ਗੂਗਲ ਮੋਬਾਈਲ ਸੂਟ ਹੋ ਗਿਆ, ਗੂਗਲ ਮੋਬਾਈਲ ਸੂਟ ਇਨਕਲੂਡ ਸਮ ਕੀ ਐਪਸ ਲਾਈਕ ਗੂਗਲ ਸਰਚ, ਗੂਗਲ ਕ੍ਰੋਮ, YouTube, ਪਲੇ ਸਟੋਰ, ਗੂਗਲ ਮੈਪਸ ETC, ਜਿਹੜੀਆਂ ਆਲਰੇਡੀ ਇੰਸਟਾਲਡ ਹੁੰਦੀਆਂ ਨੇ ਜਦੋਂ ਅਸੀਂ ਐਂਡਰੋਇਡ ਫੋਨ ਪਰਚੇਜ਼ ਕਰਦੇ ਹਾਂ, ਜੋ ਸਾਡੇ ਮੋਬਾਈਲ ਐਗਰੀਮੈਂਟ, ਮੋਬਾਈਲ ਐਪਲੀਕੇਸ਼ਨ ਡਿਸਟ੍ਰੀਬਿਊਸ਼ਨ ਐਗਰੀਮੈਂਟ ਆ ਜੋ ਉਹਨੂੰ ਬ੍ਰੀਚ ਕਰਦਾ, ਉਹਦੀਆਂ ਪ੍ਰੋਵੀਜ਼ਨਸ ਦੇ ਅਗੇਂਸਟ ਹੈ। ਠੀਕ ਹੈ ਜੀ, ਤੇ ਗੂਗਲ ਦਾ ਸਟੈਂਡ ਮੈਂ ਤੁਹਾਨੂੰ ਦੱਸਤਾ ਕਿ ਗੂਗਲ ਨੇ ਨੈਸ਼ਨਲ ਕੰਪਨੀ ਲਾਅ ਐਪੀਲੇਟ ਟ੍ਰਾਈਬਿਊਨਲ ਦੇ ਵਿੱਚ ਅਪੀਲ ਫਾਈਲ ਕੀਤੀ ਆ CCI ਦੇ ਇਸ ਆਰਡਰ ਦੇ ਅਗੇਂਸਟ। ਦੈਨ ਫਿਰ ਅਸੀਂ ਗੱਲ ਕਰਦੇ ਹਾਂ ਅਬਾਊਟ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ। ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ ਕੀ ਹੈ ਜੀ?
ਇਟ ਇਜ਼ ਅ ਸਟੈਚੂਟਰੀ ਬੋਡੀ। ਪਹਿਲੀ ਗੱਲ ਧਿਆਨ ਰੱਖਿਓ, ਇਹ ਸਟੈਚੂਟਰੀ ਬੋਡੀ ਆ ਜੋ ਪਾਰਲੀਮੈਂਟਰੀ ਐਕਟ ਦੇ ਅੰਡਰ ਬਣਾਈ ਗਈ ਆ। ਸਟੈਚੂਟਰੀ ਬੋਡੀ ਰਿਸਪੌਂਸਿਬਲ ਫॉर ਇਨਫੋਰਸਿੰਗ ਕੰਪੀਟੀਸ਼ਨ ਐਕਟ 2002। 2002 ਦਾ ਇੱਕ ਕੰਪੀਟੀਸ਼ਨ ਐਕਟ ਆ ਜਿਹਦੇ ਅੰਡਰ ਜਿਹਦੀਆਂ ਪ੍ਰੋਵੀਜ਼ਨਸ ਨੂੰ ਇਨਫੋਰਸ ਕਰਨ ਦੇ ਲਈ ਇਸ ਐਕਟ ਦੇ ਅੰਡਰ ਇੱਕ ਬੋਡੀ ਬਣਾਈ ਗਈ ਜਿਹਨੂੰ ਅਸੀਂ ਕਹਿੰਦੇ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ। ਸੋ ਧਿਆਨ ਰੱਖਿਓ, ਇਹ ਸਟੈਚੂਟਰੀ ਬੋਡੀ ਹੈ, ਕੌਨਸਟੀਟਿਊਸ਼ਨਲ ਬੋਡੀ ਨਹੀਂ ਹੈ। ਇਟ ਇਜ਼ ਅ ਕੁਆਸਾਈ ਜੁਡੀਸ਼ੀਅਲ ਬੋਡੀ, ਮਤਲਬ ਇਹਦੇ ਕੋਲੇ ਕੁਝ ਜੁਡੀਸ਼ੀਅਲ ਪਾਵਰਸ ਵੀ ਨੇ ਤੇ ਇਹਨੂੰ ਬਣਾਇਆ ਗਿਆ ਅੰਡਰ ਐਕਟ 2002 ਦੇ ਅੰਡਰ ਤੇ ਫਾਈਨਲੀ ਇਹ ਬੋਡੀ ਐਸਟੈਬਲਿਸ਼ ਹੋਈ ਹੈ ਇਨ 2009। ਠੀਕ ਹੈ ਜੀ, 2009 ਜਿਹਨੂੰ ਐਸਟੈਬਲਿਸ਼ ਕੀਤਾ ਗਿਆ। ਤੇ ਜਦੋਂ ਅਸੀਂ ਇਹਦੀ ਕੰਪੋਜੀਸ਼ਨ ਦੀ ਗੱਲ ਕਰਦੇ ਹਾਂ ਤਾਂ 1 ਇਜ਼ ਚੇਅਰਪਰਸਨ ਐਂਡ 6 ਅਦਰ ਮੈਂਬਰਸ ਇਹਦੇ ਹੁੰਦੇ ਨੇ ਜਿਨ੍ਹਾਂ ਸਾਰਿਆਂ ਨੂੰ ਸੈਂਟਰਲ ਗਵਰਨਮੈਂਟ ਅਪਾਇੰਟ ਕਰਦੀ ਹੈ। ਤੇ ਕੰਪੀਟੀਸ਼ਨ ਐਕਟ 2002, ਕੰਪੀਟੀਸ਼ਨ ਐਕਟ 2002 ਹੈਜ਼ ਰਿਪਲੇਸਡ ਇਸ ਤੋਂ ਪਹਿਲਾਂ ਇੱਕ ਹੋਰ ਕਾਨੂੰਨ ਸੀ ਜਿਹਦਾ ਨਾਮ ਸੀ MRTP, ਮੋਨੋਪੋਲੀ ਐਂਡ ਰਿਸਟ੍ਰਿਕਟਿਵ ਟ੍ਰੇਡ ਪ੍ਰੈਕਟਿਸਿਸ ਐਕਟ 1969, ਜੋ ਮਾਰਕੀਟ ਦੇ ਵਿੱਚ ਮੋਨੋਪੋਲੀ ਨੂੰ ਪ੍ਰਮੋਟ ਕਰਦਾ ਸੀ, ਜੋ ਮਾਰਕੀਟ ਦੇ ਵਿੱਚ ਟ੍ਰੇਡ ਨੂੰ ਰਿਸਟ੍ਰਿਕਟ ਕਰਦਾ ਸੀ। ਉਸ ਚੀਜ਼ ਨੂੰ ਖਤਮ ਕਰਨ ਦੇ ਲਈ ਕੰਪੀਟੀਸ਼ਨ ਮਾਰਕੀਟ ਨੂੰ ਜਿਵੇਂ ਕਹਿ ਲਓ ਵੀ ਫ੍ਰੀ ਐਂਡ ਫੇਅਰ ਕੰਪੀਟੀਸ਼ਨ ਇਨਸ਼ੋਰ ਕਰਨ ਦੇ ਲਈ ਉਸ ਐਕਟ ਨੂੰ ਰਿਪਲੇਸ ਕਰਕੇ ਇੱਕ ਨਵਾਂ ਐਕਟ ਲਿਆਂਦਾ ਗਿਆ, ਉਹਦਾ ਨਾਂ ਹੈ ਕੰਪੀਟੀਸ਼ਨ ਐਕਟ ਆਫ ਇੰਡੀਆ, ਜਿਹਦੇ ਤਹਿਤ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ 2009 ਦੇ ਵਿੱਚ ਬਣਾਇਆ ਗਿਆ। ਠੀਕ ਹੈ ਜੀ। ਸੋ ਤੇ ਇਹ ਵੀ ਪੁੱਛਿਆ ਜਾ ਸਕਦਾ ਕਿ ਕੰਪੀਟੀਸ਼ਨ ਐਕਟ ਆਫ ਇੰਡੀਆ ਜਿਹੜਾ ਕੰਪੀਟੀਸ਼ਨ ਐਕਟ ਹੈ ਉਹਨੇ ਕਿਹੜੇ ਐਕਟ ਨੂੰ ਰਿਪਲੇਸ ਕੀਤਾ? ਉਹਨੇ ਰਿਪਲੇਸ ਕੀਤਾ ਜੀ MRTP, ਮੋਨੋਪੋਲੀ ਐਂਡ ਰਿਸਟ੍ਰਿਕਟਿਵ ਟ੍ਰੇਡ ਪ੍ਰੈਕਟਿਸਿਸ ਐਕਟ 1969, ਜਿਹਦੇ ਚ ਮੇਨਲੀ ਗਵਰਨਮੈਂਟ ਦੀ ਮੋਨੋਪੋਲੀ ਹੀ ਹੁੰਦੀ ਸੀ। ਗਵਰਨਮੈਂਟ ਦੀ ਮੋਨੋਪੋਲੀ ਨੂੰ ਇਨਸ਼ੋਰ ਕਰਨ ਦੇ ਲਈ ਇਹ ਐਕਟ ਲਿਆਂਦਾ ਗਿਆ ਸੀ। ਬਟ ਜਿਵੇਂ ਜਿਵੇਂ ਸਾਡੀ ਇਕੋਨਮੀ ਗਰੋ ਕਰੀ ਉਹਦੇ 'ਚ ਪ੍ਰਾਈਵੇਟ ਪਾਰਟੀਸਪੇਸ਼ਨ ਵੱਧਦਾ ਗਿਆ ਜਾਂ ਰੋਲ ਆਫ ਪ੍ਰਾਈਵੇਟ ਪਲੇਅਰਸ ਵੱਧਦਾ ਗਿਆ, ਜਿਹਦੇ ਕਰਕੇ ਉਹ ਐਕਟ ਸੀ ਜਿਹੜਾ ਉਹ ਕਹਿ ਲਓ ਵੀ ਆਬਸੋਲੀਟ ਹੋ ਗਿਆ ਤੇ ਉਸ ਐਕਟ ਨੂੰ ਰਿਪਲੇਸ ਕਰਕੇ ਕੰਪੀਟੀਸ਼ਨ ਐਕਟ ਲਿਆਂਦਾ ਗਿਆ ਜਿਹਦੇ ਅੰਡਰ ਫ੍ਰੀ ਐਂਡ ਫੇਅਰ ਕੰਪੀਟੀਸ਼ਨ ਦੀ ਗੱਲ ਕੀਤੀ ਜਾਂਦੀ ਹੈ ਤੇ ਕੰਪੀਟੀਸ਼ਨ ਨੂੰ ਇਨਸ਼ੋਰ ਕਰਨ ਦੇ ਲਈ ਇੱਕ ਬੋਡੀ ਬਣਾਈ ਗਈ ਜਿਹਦਾ ਨਾਂ ਹੈ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ। Then it is to prohibit unfair business practices that anyhow interferes with the idea of free and fair competition in the market. Then under it is act ਦੇ ਅੰਡਰ ਨੈਸ਼ਨਲ ਕੰਪਨੀ ਲਾਅ ਐਪੀਲੇਟ ਟ੍ਰਾਈਬਿਊਨਲ, ਵੈਰੀ ਇੰਪੋਰਟੈਂਟ। ਇਹ ਜੋ ਸਾਡਾ ਕੰਪੀਟੀਸ਼ਨ ਐਕਟ ਆਫ ਇੰਡੀਆ ਹੈਗਾ ਉਹਦੇ ਅੰਡਰ ਨੈਸ਼ਨਲ ਕੰਪਨੀ ਲਾਅ ਐਪੀਲੇਟ ਟ੍ਰਾਈਬਿਊਨਲ ਵਾਜ਼ ਸੈਟ ਅਪ ਇਨ 2017 ਬਾਈ ਰਿਪਲੇਸਿੰਗ ਕੰਪੀਟੀਸ਼ਨ ਐਪੀਲੇਟ ਟ੍ਰਾਈਬਿਊਨਲ। ਇਸ ਤੋਂ ਪਹਿਲਾਂ ਜਿਹੜਾ ਟ੍ਰਾਈਬਿਊਨਲ ਸੀ ਉਹਦਾ ਨਾਂ ਸੀ ਕੰਪੀਟੀਸ਼ਨ ਐਪੀਲੇਟ ਟ੍ਰਾਈਬਿਊਨਲ ਤੇ ਉਹਨੂੰ ਰਿਪਲੇਸ ਕਰਕੇ ਨੈਸ਼ਨਲ ਕੰਪਨੀ ਲਾਅ ਐਪੀਲੇਟ ਟ੍ਰਾਈਬਿਊਨਲ 2017 ਦੇ ਵਿੱਚ ਸੈਟਅਪ ਕੀਤਾ ਗਿਆ। ਠੀਕ ਹੈ ਜੀ, ਵੈਰੀ ਇੰਪੋਰਟੈਂਟ। ਤੇ ਅੱਜ ਦਾ ਸਾਡਾ ਜੋ ਲਾਸਟ ਟੌਪਿਕ ਹੈ ਦੈਟ ਇਜ਼ ਵਨ ਹੌਰਨਡ ਰਾਈਨੋ। ਇਹਨੂੰ ਵਨ ਹੌਰਨ ਰਾਈਨੋ ਇਸ ਲਈ ਕਹਿੰਦੇ ਕਿਉਂਕਿ ਇਹਦੇ ਸਿੰਗਲ ਹੌਰਨ ਹੁੰਦਾ, ਇਹਦੇ ਇੱਕੋ ਸਿੰਗ ਲੱਗਿਆ ਹੁੰਦਾ ਇਹਦੇ। ਠੀਕ ਹੈ ਜੀ, ਜਿਵੇਂ ਤੁਸੀਂ ਇਮੇਜ ਦੇ ਵਿੱਚ ਦੇਖ ਸਕਦੇ ਹੋਵੋਗੇ, ਇਸ ਕਰਕੇ ਇਹਨੂੰ ਵਨ ਹੌਰਨ ਰਾਈਨੋ ਕਿਹਾ ਜਾਂਦਾ। ਜਦੋਂ ਆਪਾਂ ਇਹਦੀ ਗੱਲ ਕਰਦੇ ਹਾਂ ਇਹਦੇ ਬਾਰੇ, ਜਦੋਂ ਵੀ ਆਪਾਂ ਕੁਛ ਸਾਡੇ ਵਾਈਲਡ ਐਨੀਮਲ ਸਪੀਸ਼ੀਜ਼ ਨੇ ਉਹਨਾਂ ਦੀ ਗੱਲ ਕਰਦੇ ਹਾਂ ਤਾਂ ਮੋਸਟ ਇੰਪੋਰਟੈਂਟ ਉਹਨਾਂ ਲਈ ਹੁੰਦਾ ਉਹ ਪ੍ਰੋਟੈਕਸ਼ਨ ਸਟੇਟਸ ਉਹਨਾਂ ਦਾ, ਹੈ ਨਾ, ਵੀ IUCN ਦੇ ਅੰਡਰ ਕਿਹੜੀ ਕੈਟਾਗਰੀ 'ਚ ਰੱਖੇ ਗਏ ਨੇ ਜਾਂ ਸਾਈਟਸ ਦੇ ਅੰਡਰ ਕਿਹੜੀ ਕੈਟਾਗਰੀ 'ਚ ਰੱਖੇ ਗਏ ਨੇ। ਜਦੋਂ ਅਸੀਂ IUCN ਦੀ ਗੱਲ ਕਰਦੇ ਹਾਂ ਤਾਂ ਜੋ ਵਨ ਹੌਰਨ ਰਾਈਨੋ ਹੈ ਜੀ, ਇਟ ਇਜ਼ ਵਲਨਰੇਬਲ, ਵੈਰੀ ਇੰਪੋਰਟੈਂਟ। ਇਹ ਤੁਹਾਨੂੰ ਪੇਪਰ 'ਚ ਪੁੱਛਿਆ ਜਾ ਸਕਦਾ ਕਿ ਇਹਦਾ ਸਟੇਟਸ ਵਲਨਰੇਬਲ ਹੈ ਜਾਂ ਇੰਡੇਂਜਰਡ ਹੈ ਜਾਂ ਕ੍ਰਿਟੀਕਲੀ ਇੰਡੇਂਜਰਡ ਹੈ। ਠੀਕ ਹੈ ਜੀ, ਇਹ ਵਲਨਰੇਬਲ ਹੈ, ਧਿਆਨ ਰੱਖਿਓ। Under sites, it is under Appendix 1 of the sites. Then Wildlife Protection Act 1972 under Schedule 1 of this Act. ਇਸ ਐਕਟ ਦੇ Schedule 1 ਦੇ ਵਿੱਚ ਆ, ਸਾਈਟਸ ਦੇ Appendix 1 ਦੇ ਵਿੱਚ ਆ, IUCN ਦੇ ਵਿੱਚ ਇਹਦਾ ਸਟੇਟਸ ਹੈ ਵਲਨਰੇਬਲ, ਵੈਰੀ ਇੰਪੋਰਟੈਂਟ। ਦੈਨ ਫਿਰ ਆਪਾਂ ਇਹਦੇ ਹੈਬੀਟੈਟ ਦੀ ਗੱਲ ਕਰਦੇ ਹਾਂ ਵੀ ਕਿੱਥੇ ਮਿਲਦਾ ਸਾਨੂੰ ਇਹ ਮੋਸਟਲੀ ਇੰਡੀਆ ਦੇ ਵਿੱਚ ਹੀ ਸਾਨੂੰ ਮਿਲਦਾ। ਅਰਾਊਂਡ 75% ਆਫ ਦਾ ਪੋਪੂਲੇਸ਼ਨ ਜਿਹੜੀ ਵਨ ਹੌਰਨਡ ਰਾਈਨੋ ਦੀ ਆ ਗਲੋਬਲ ਲੈਵਲ ਤੇ ਉਹਦਾ 75% ਇੰਡੀਆ 'ਚ ਮਿਲਦੀ ਹੈ ਪੋਪੂਲੇਸ਼ਨ। ਤੇ ਇੰਡੀਆ ਤੋਂ ਬਿਨਾਂ ਨੇਪਾਲ ਦੇ ਵਿੱਚ ਮਿਲਦੀ ਆ, ਨੇਪਾਲ ਦਾ ਕੁਛ ਏਰੀਆ ਉੱਥੇ ਵੀ ਮਿਲਦੇ ਨੇ। ਇਟ ਇਜ਼ ਰਿਸਟ੍ਰਿਕਟਡ ਟੂ ਸਮਾਲ ਹੈਬੀਟੈਟਸ ਇਨ ਇੰਡੋ ਨੇਪਾਲ ਤਰਾਈ ਰੀਜਨ, ਜੋ ਇੰਡੀਆ ਤੇ ਨੇਪਾਲ ਦਾ ਤਰਾਈ ਰੀਜਨ ਆ, ਜੋ ਹਿਮਾਲਯਨ ਮਾਊਂਟੇਨ ਦੇ ਫੁੱਟ ਹਿਲਸ ਵਾਲਾ ਏਰੀਆ ਉੱਥੇ ਮਿਲਦਾ। ਐਂਡ ਨਦਰਨ ਵੈਸਟ ਬੰਗਾਲ ਐਂਡ ਅਸਮ। ਠੀਕ ਹੈ ਜੀ, ਇੱਥੇ ਮਿਲਦਾ ਹੈ ਮੇਨਲੀ। ਇਨ ਇੰਡੀਆ ਰਾਈਨੋਜ਼ ਆਰ ਮੇਨਲੀ ਫਾਊਂਡ ਇਨ ਅਸਾਮ, ਵੈਸਟ ਬੰਗਾਲ ਐਂਡ ਉੱਤਰ ਪ੍ਰਦੇਸ਼। ਇਹ 3 ਸਟੇਟਸ ਨੇ ਜਿੱਥੇ ਸਾਨੂੰ ਰਾਈਨੋ ਮਿਲ ਸਕਦੇ ਨੇ, ਅਸਾਮ, ਵੈਸਟ ਬੰਗਾਲ ਐਂਡ ਉੱਤਰ ਪ੍ਰਦੇਸ਼। ਦੈਨ ਫਿਰ ਆਪਾਂ ਇਹਨਾਂ ਦੇ ਮੇਜਰ ਪ੍ਰੋਟੈਕਸ਼ਨ ਏਰੀਆਜ਼ ਦੀ ਗੱਲ ਕਰੀਏ
ਕਿਹੜੇ ਕਿਹੜੇ ਆਪਣੇ ਕੋਲ ਏਰੀਆਜ਼ ਨੇ ਜਿੱਥੇ ਰਾਈਨੋ ਨੂੰ ਪ੍ਰੋਟੈਕਟ, ਜਿੱਥੇ ਰਾਈਨੋ ਪਾਪੂਲੇਸ਼ਨ ਸਾਨੂੰ ਮਿਲਦੀ ਹੈ, 1 ਹੁਣ ਰਾਈਨੋ ਪਾਪੂਲੇਸ਼ਨ ਮਿਲਦੀ ਹੈ, ਉਹ ਕਿਹੜੇ ਨੇ ਜੀ? ਦੀਜ਼ ਆਰ very important: Pobitora Wildlife Reserve, then Rajiv Gandhi Orang National Park, then Kaziranga National Park, and then Manas National Park. All 4 are in Assam. ठीक है जी, इस पोबीतोरा वाइल्ड लाइफ, ओरैंग नैशनल पार्क, काजीरंगा नैशनल पार्क, मानस नैशनल पार्क, ये चारों आसाम च ने जिथे सानू 1 हॉर्न राइनो मिलते हैं. Then approximately 75% of the total world population of 1 horned rhinos is in India, and more than 93% of Indian rhino population lives in Kaziranga National Park. Very important. India ਦੀ ਜਿਹੜੀ 1 horned rhino ਦੀ population ਆ, ਉਹਦਾ 93% ਹਿੱਸਾ ਸਾਨੂੰ ਕਾਜ਼ੀਰੰਗਾ ਨੈਸ਼ਨਲ ਪਾਰਕ ਦੇ ਵਿੱਚ ਮਿਲਦਾ. ਫਿਰ ਅਸੀਂ ਗੱਲ ਕਰਦੇ ਹਾਂ ਇਹਨੂੰ ਥ੍ਰੈਟਸ ਕੀ ਨੇ ਜੀ, ਇਹਦੀ ਪੋਪੂਲੇਸ਼ਨ, ਉਹਦੀ ਐਗਜ਼ਿਸਟੈਂਸ ਨੂੰ ਕਿਹੜੇ ਕਿਹੜੇ ਖਤਰੇ ਨੇ. ਮੋਸਟ ਇੰਪੋਰਟੈਂਟ ਜਿਹੜਾ ਇਹਦਾ ਸਿੰਗ ਆ, ਜਿਹੜਾ ਇਹਦਾ ਹੌਰਨ ਇਹਦੇ ਮੱਥੇ ਤੇ, ਇਹਦੇ ਨੱਕ ਦੇ ਉੱਪਰ ਜਾਂ ਫੇਸ ਦੇ ਉੱਪਰ ਲੱਗਿਆ ਹੁੰਦਾ, ਉਹਦੀ ਸਮਗਲਿੰਗ ਕੀਤੀ ਜਾਂਦੀ ਆ. ਉਹਦੀਆਂ ਕੁਝ ਮੈਡੀਸਿਨਲ ਵੈਲਿਊਜ਼ ਨੇ ਜਿਹਦੇ ਕਰਕੇ ਰਾਈਨੋਜ਼ ਨੂੰ ਮਾਰਿਆ ਜਾਂਦਾ, ਤੇ ਉਹਨਾਂ ਦੇ ਜੋ ਹੌਰਨ ਨੇ ਉਹਨਾਂ ਨੂੰ ਰਿਮੂਵ ਕਰਕੇ ਇਲੀਗਲੀ ਮਾਰਕੀਟ 'ਚ ਟ੍ਰੇਡ ਕੀਤਾ ਜਾਂਦਾ. ਪੋਚਿੰਗ ਫॉर ਹੌਰਨ, ਦੈਨ ਹੈਬਿਟੈਟ ਲਾਸ, ਜਿੱਥੇ ਰਹਿੰਦੇ ਨੇ ਉਹ ਜਿੱਥੇ ਆਪਾਂ ਨੂੰ ਇਹ ਕਹਿ ਲਓ ਯੂਜ਼ਲੀ ਮਿਲਦੇ ਨੇ, ਉਹ ਏਰੀਆ ਡਿਸਟਰੋਏ ਹੋ ਰਹੇ ਨੇ, ਉੱਥੇ ਹਿਊਮਨ ਹੈਬਿਟੇਸ਼ਨ ਵੱਧ ਰਹੀ ਆ, ਹਿਊਮਨ ਇੰਟਰਫੇਰੈਂਸ ਵੱਧ ਰਹੀ ਆ, ਜਾਂ ਕਲਾਈਮੇਟ ਚੇਂਜ ਕਰਕੇ ਉਹਨਾਂ ਦੇ ਹੈਬਿਟੇਸ਼ਨਸ ਦੇ ਉੱਪਰ ਨੈਗੇਟਿਵ ਇੰਪੈਕਟ ਪੈ ਰਿਹਾ. ਸੋ ਇਹ 2 ਮੇਜਰ ਕਾਰਨ ਨੇ. ਫਸਟ ਇਜ਼ ਪੋਚਿੰਗ ਫॉर ਹੌਰਨਸ ਐਂਡ ਹੈਬਿਟੈਟ ਲਾਸ. ਦੈਨ ਫਿਰ ਆਪਾਂ ਗੱਲ ਕਰਦੇ ਹਾਂ ਕੰਜ਼ਰਵੇਸ਼ਨ ਐਫਰਟਸ ਦੀ, ਵੀ ਇਹਨਾਂ ਦੀ ਪਾਪੂਲੇਸ਼ਨ ਨੂੰ ਕੰਜ਼ਰਵ ਕਰਨ ਦੇ ਲਈ ਸਾਡੀ ਗਵਰਨਮੈਂਟ ਜਾਂ ਸਾਡੀਆਂ ਸਟੇਟ ਗਵਰਨਮੈਂਟਸ ਨੇ ਕੋਈ ਪਾਲਿਸੀਜ਼ ਬਣਾਈਆਂ ਨੇ ਜੀ. ਫਸਟ ਹੈ ਇੰਡੀਆ ਰਾਈਨੋ ਵਿਜ਼ਨ 2020, ਜੋ 2005 ਦੇ ਵਿੱਚ ਲਾਂਚ ਕੀਤਾ ਗਿਆ ਸੀ. ਇਹਦਾ ਟਾਰਗੇਟ ਸੀ ਕਿ 2020 ਤੱਕ ਅਸੀਂ ਰਾਈਨੋ ਦੀ ਜਿਹੜੀ ਪਾਪੂਲੇਸ਼ਨ ਆ ਉਹਨੂੰ ਐਟ ਲੀਸਟ 3000 ਤੱਕ ਲੈ ਕੇ ਜਾਣਾ. ਠੀਕ ਹੈ ਜੀ, ਇਹ ਸਾਡੇ ਕੋਲ ਰਾਈਨੋ ਵਿਜ਼ਨ 2020 ਸੀ. ਦੈਨ ਨੈਕਸਟ ਇਜ਼ ਨੈਸ਼ਨਲ ਰਾਈਨੋ ਕੰਜ਼ਰਵੇਸ਼ਨ ਸਟ੍ਰੈਟਜੀ ਵਾਸ ਲਾਂਚਡ ਇਨ 2019. 2019 ਦੇ ਵਿੱਚ ਇੱਕ ਹੋਰ ਨੈਸ਼ਨਲ ਲੈਵਲ ਦੀ ਸਟ੍ਰੈਟਜੀ ਲਾਂਚ ਕੀਤੀ ਗਈ ਆ, ਜਿਹਨੂੰ ਅਸੀਂ ਕਹਿੰਦੇ ਹਾਂ ਨੈਸ਼ਨਲ ਰਾਈਨੋ ਕੰਜ਼ਰਵੇਸ਼ਨ ਸਟ੍ਰੈਟਜੀ. ਤੇ ਰੀਸੈਂਟਲੀ ਇਹ ਨਿਊਜ਼ ਦੇ ਵਿੱਚ ਇਸ ਕਰਕੇ ਸੀ ਕਿ ਬਿਹਾਰ ਜੋ ਇੱਕ ਸਟੇਟ ਆ, ਉਹ ਇਸੇ ਜੋ ਸਟ੍ਰੈਟਜੀ ਆ ਉਹਦਾ ਪਾਰਟ ਹੈ. ਸਟ੍ਰੈਟਜੀ ਦੇ ਅੰਡਰ ਉਹ 1 ਹੌਰਨਡ ਰਾਈਨੋ ਦੀ ਪੋਪੂਲੇਸ਼ਨ ਨੂੰ ਰੀਇੰਟਰੋਡਿਊਸ ਕਰਨ ਦਾ ਪਲਾਨ ਕਰ ਰਿਹਾ ਆਪਣੇ ਬਾਲਮੀਕੀ ਟਾਈਗਰ ਰਿਜ਼ਰਵ ਦੇ ਵਿੱਚ. ਵੈਰੀ ਇੰਪੋਰਟੈਂਟ, ਬਿਹਾਰ ਦੇ ਵਿੱਚ ਇੱਕ ਟਾਈਗਰ ਰਿਜ਼ਰਵ ਹੈ ਜਿਹਦਾ ਨਾਂ ਹੈ ਜੀ ਬਾਲਮੀਕੀ ਟਾਈਗਰ ਰਿਜ਼ਰਵ, ਜਿੱਥੇ ਬਿਹਾਰ ਹੁਣ ਪਲਾਨ ਕਰ ਰਿਹਾ ਟੂ ਰੀਇੰਟਰੋਡਿਊਸ ਰਾਈਨੋਜ਼. ਠੀਕ ਹੈ ਜੀ, ਦੈਟਸ ਵਾਈ ਦ 1 ਹੌਰਨਡ ਰਾਈਨੋ ਵਾਜ਼ ਇਨ ਨਿਊਜ਼. ਸੋ ਇਹ ਸਾਡਾ ਅੱਜ ਦੀ ਕਰੰਟ ਅਫੇਅਰ ਦੀ ਕਲਾਸ ਦਾ ਸੀਗਾ ਜੀ. ਸੋ ਥੈਂਕ ਯੂ ਜੀ. ਕੱਲ੍ਹ ਨੂੰ ਫਿਰ ਆਪਾਂ ਜੋ ਸਾਡੇ ਨੈਕਸਟ ਟੌਪਿਕਸ ਹੋਣਗੇ ਉਹਨਾਂ ਨਾਲ ਤੁਹਾਨੂੰ ਮਿਲਾਂਗੇ. ਤੇ ਕੁਐਸਚਨਸ ਜ਼ਰੂਰ ਕਮੈਂਟ ਕਰਕੇ ਆਪਣੇ ਮੈਸੇਜ ਬਾਕਸ ਦੇ ਵਿੱਚ, ਸਾਡਾ ਜੋ ਕਮੈਂਟ ਬਾਕਸ ਆ ਉੱਥੇ ਆਪਣੇ ਆਨਸਰ ਜ਼ਰੂਰ ਕਮੈਂਟ ਕਰਿਓ ਜੀ. ਓਕੇ ਜੀ, ਥੈਂਕ ਯੂ.